सत श्री अकाल दोस्तों, मैं थोड़ा होस्ट दोस्त दलजीत अजनूहा। जिमें कि साढ़े पहला तो कोशिश है तो किसान अंदोलन लैके असीं ਵੱਖ-ਵੱਖ प्रतिनिधियों के नाल गलबात करते हैं, चाहे वो सरकार दे होवे, चाहे धार्मिक है, चाहे समाजिक जथेबंदी का होवे। जिहड़ा किसान आगू किसान अंदोलन के नाल मोढे नाल मोढा जोड़ के बैठा जां उहदे नाल काम कर रहा, जां ਸਿੰਘੂ बार्डर टिकरी बार्डर जां गाजीपुर जां पलवल बार्डर ते जिथे बैठे आ, वो जिहड़ा भी किसान अंदोलन कोई गल करदा, किसान हित की गल करदा, असीं उहदे कोल पहुँच करके असीं उहदे नाल गलबात करते हैं और किसान अंदोलन संबंधी हुण की स्टेटस आ, मौजूदा हालात की आ, वो असीं जानने की कोशिश करते हैं तो वो उस अंदोलन को किस तरह लै रहे। उहदे लड़ी के तहत अज असीं जहाँ जट महासभा के जनरल ਸਕੱਤਰ अजैब सिंह बोपा राय उन्होंने कोल पहुंचे, उन्होंने नाल असीं गल करांगे किसान अंदोलन को लैके भी किसान अंदोलन हुण किस तरह है, किस स्टेटस के विच किस मुकाम पर है तो वो इस अंदोलन को किस तरह लै रहे हैं। तो मैं अपने दर्शकों को ये जरूर इत्थे दस देना जरूरी समझदा हाँ कि जिस असीं जनरल ਸਕੱਤਰ जिहड़े अजैब सिंह बोपा राय दे नाल गल करना है, जिथे वो जट महासभा के जनरल ਸਕੱਤਰ ने, उत्थे सीनियर जर्नलिस्ट भी ने, तो असीं इन्हां दोनों अहुदिਆਂ ਨੂੰ लैके उन्होंने नाल गल करांगे भी वो किसान अंदोलन को किस तरह लै रहा है। अजैब सिंह बोपा राय जी, तुहाडा स्वागत है जी साडे चैनल पर जी। अजैब सिंह जी, जिहड़ा इस वेले किसान अंदोलन चल रहा 100 दिन तो उपर हो गया, 110 दिन के करीब होया, तुसीं ਵੱਖ-ਵੱਖ समय पर अंदोलन में शमूलीयत भी की, ਵੱਖ-ਵੱਖ बार्डर से जाके किसानों के नाल मोढे नाल मोढा जोड़ के भी खड़े हुए हो, तो जिहड़ा अंदोलन स्टार्टिंग तो लैके टिल टाइम तक तुसीं किस तरह इहनूं लै रहे हो। स्टार्टिंग तो लैके जिहड़ा किसान अंदोलन हैगा है, ये सिर्फ मोदी सरकार, बीजेपी की सरकार, सिर्फ 2 ਜਾਂ 3 ਜਿਹੜੇ ਇਹਨਾਂ ਦੇ ਸਾਥੀ ਘਰਾਣੇ ਹੈਗੇ, ਸਿਰਫ ਉਹਨਾਂ ਨੂੰ ਫਾਇਦਾ ਦੇਣ ਲਈ, ਲੋਕਾਂ ਦੀਆਂ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦੇ ਲਈ ਇਹ ਜਿਹੜੇ ਕਾਨੂੰਨ ਤਿੰਨੇ ਕਾਲੇ ਕਾਨੂੰਨ ਬਣਾਏ ਤੇ MSP ਨਹੀਂ ਦੇ ਰਹੀ ਦਾ ਇਹੀ ਮੁੱਦਾ ਸੀ। ਤੇ ਜੇ ਸ਼ੁਰੂ ਤੋਂ ਲੈ ਕੇ ਲਗਾਤਾਰ ਜਿਹੜਾ ਕਿਸਾਨ ਅੰਦੋਲਨ ਹੈ ਅੱਜ ਤੱਕ ਵੀ ਇਹ ਹੈਗਾ, ਇਹ ਲਗਾਤਾਰ ਵੱਧਦਾ ਜਾ ਰਿਹਾ, ਇਹਦਾ ਕਿਤੇ ਘਟਦਾ ਕੰਮ ਨਹੀਂ। ਜਦੋਂ ਤੱਕ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, MSP ਦਾ ਗਰੰਟੀ ਨਹੀਂ ਮਿਲਦੀ, ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇ। ਆਪਾਂ ਅਜੈਬ ਸਿੰਘ ਜੀ ਇਸ ਤੁਹਾਡੇ ਨਾਲ ਜਿਹੜੀ ਗੱਲ ਕਰਦੇ ਹਾਂ ਕਿਸਾਨ ਅੰਦੋਲਨ ਨੂੰ ਲੈ ਕੇ, ਆਪਾਂ ਸ਼ੁਰੂ ਦੇ ਚਲੀਏ। ਆਪਾਂ ਸ਼ੁਰੂ ਕਿਸ ਤਰ੍ਹਾਂ ਹੋਇਆ, ਜਦੋਂ ਲੋਕਾਂ ਨੇ ਕਿਸਾਨਾਂ ਨੇ ਟੋਲ ਪੜਾਇਆ ਤੇ ਧਰਨੇ ਦਿੱਤੇ, ਵੱਖ-ਵੱਖ ਮੌਲਸ ਤੇ ਧਰਨੇ ਦਿੱਤੇ, ਉਹ ਤੋਂ ਬਾਅਦ ਸਟਾਰਟਿੰਗ ਹੋਇਆ ਜਿਹਦੇ ਵਿੱਚ ਕਿਸਾਨ ਅੰਦੋਲਨ ਦੇ ਨਾਲ ਜਦੋਂ ਕਿਸਾਨਾਂ ਨੇ ਇੱਕ ਬੜਾ ਅਹਿਮ ਫੈਸਲਾ ਲਿਆ, ਉਹਨਾਂ ਨੇ ਇਹ ਗੱਲ ਕਹੀ ਕਿ ਇਸ ਕਿਸਾਨ ਅੰਦੋਲਨ ਦੇ ਦੌਰਾਨ ਕੋਈ ਵੀ ਪੋਲੀਟੀਕਲ ਵਿਅਕਤੀ ਇਹਨਾਂ ਦੇ ਵਿੱਚ ਸ਼ਮੂਲੀਅਤ ਨਹੀਂ ਕਰੇਗਾ, ਜੇ ਕਰੇਗਾ ਤੇ ਸਿਰਫ ਕਿਸਾਨੀ ਝੰਡੇ ਦੇ ਹੇਠ ਹੀ ਕਰੇਗਾ। ਔਰ ਇਸ ਗੱਲ ਲਈ ਕਿਸਾਨ ਹੁਣ ਤੱਕ ਜਿਹੜੇ ਪ੍ਰਪੱਕ ਨੇ ਤੇ ਹੁਣ ਤੱਕ ਕੋਈ ਵੀ ਪੋਲੀਟੀਸ਼ੀਅਨ ਜਿਹੜਾ ਇਹਨਾਂ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ, ਜੇ ਕਿਸੇ ਨੇ ਕੀਤੀ ਹੈ ਤੇ ਕਿਸਾਨਾਂ ਦੇ ਨਾਲ, ਕਿਸਾਨਾਂ ਹਿੱਤ ਤੇ ਕਿਸਾਨੀ ਝੰਡੇ ਦੇ ਨਾਲ ਕੀਤੀ ਹੈ। ਤੇ ਉਸ ਸਮੇਂ ਜਿਹੜੇ ਸਾਡੇ ਕਲਾਕਾਰ ਵੀਰ ਸੀ, ਗਾਇਕ ਵੀਰ ਸੀ, ਜਾਂ ਬਾਲੀਵੁੱਡ ਦੇ ਜਾਂ ਹਾਲੀਵੁੱਡ, ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਇਹਨਾਂ ਦਾ ਸਾਥ ਦਿੱਤਾ। ਤੇ 26 ਜਨਵਰੀ ਦੇ ਫੈਸਲੇ ਤੱਕ ਜਿਹੜਾ ਹੈ ਬਹੁਤ ਜ਼ਿਆਦਾ ਰਿਹਾ। ਤੇ 26 ਜਨਵਰੀ ਨੂੰ ਜਦੋਂ ਪਾਸਿੰਗ ਆਊਟ ਜਿਹੜੇ ਟਰੈਕਟਰ ਪਰੇਡ ਨੂੰ ਲੈ ਕੇ ਫੈਸਲਾ ਸੀਗਾ, ਅਸੀਂ ਉਦੋਂ ਦਰਮਿਆਨ ਦੀ ਜਿਹੜੀ ਗੱਲਬਾਤ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। 26 ਜਨਵਰੀ ਜਿਹੜਾ ਹੈਗਾ ਸੀ, ਇੱਕ BJP ਦੀ ਜਦੋਂ ਉਸ ਤੋਂ ਪਹਿਲਾਂ ਮੀਟਿੰਗ ਹੋ ਰਹੀ ਸੀ ਕਿਸਾਨ ਮੋਰਚੇ ਦੇ ਨਾਲ, ਉਦੋਂ ਜਦੋਂ ਤੋਮਰ ਸਾਹਿਬ ਉਹ ਮੀਟਿੰਗ ਤੋਂ ਬਾਹਰ ਨਿਕਲੇ ਸੀ ਤੇ ਉਹਨਾਂ ਨੇ ਕਿਸਾਨਾਂ ਨੂੰ ਗੱਲ ਕਹੀ ਤੇ ਜਿਹੜੇ ਆਗੂ ਨੇ ਸਾਡੇ ਉੱਥੇ ਗਏ ਮੀਟਿੰਗ ਦੇ ਵਿੱਚ ਕਿ ਤੁਸੀਂ ਆਪਣੀ ਤਿਆਰੀ ਕਰੋ, ਅਸੀਂ 26 ਦੀ ਤਿਆਰੀ ਕਰਦੇ ਜੀ। ਅਸੀਂ ਸਾਰੇ ਉਸ ਸਮੇਂ ਗੱਲ ਨਹੀਂ ਸਮਝ ਸਕੇ BJP ਦੀ ਤੇ ਤੋਮਰ ਸਾਹਿਬ ਦੀ ਵੀ ਚਾਲ ਕਿੰਨੀ ਬੜੀ ਸੀ। ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਇਹ ਸੋਚੀ ਸਮਝੀ ਸਾਜ਼ਿਸ਼ ਸੀ। 26 ਜਨਵਰੀ ਕਿਸਾਨ ਪਰੇਡ ਦੇ ਵਿੱਚ ਮੈਂ ਸ਼ਾਮਲ था ਉੱਥੇ, ਤੇ ਮੈਂ ਦੇਖਿਆ ਵੀ ਜਦੋਂ ਪੁਲਿਸ ਨੇ ਉੱਥੇ ਰੋਕਣ ਦੀ ਕੋਸ਼ਿਸ਼ ਕੀਤੀ, ਸਿਰਫ ਇੱਕ ਜਸਟ ਫਾਰਮੈਲਿਟੀ ਕੀਤੀ ਕਿ ਆਪਾਂ ਰੋਕੀਏ। ਉਹਨਾਂ ਨੇ ਆਪਣੇ ਆਪ ਰੂਲ ਦਿੱਤਾ। ਤੁਸੀਂ ਇੱਕ ਗੱਲ ਇਹ ਸੋਚ ਲਓ ਵੀ ਜੇ ਆਪਾਂ ਗੜਸ਼ੰਕ ਤੋਂ 4 ਵਾਰ ਦਿੱਲੀ ਵੀ ਜਾ ਆਈਏ ਤੇ 5ਵੀਂ ਵਾਰ ਵੀ ਸਾਨੂੰ ਲਾਲ ਕਿਲੇ ਦਾ ਰਸਤਾ ਪੁੱਛਣਾ ਪੈਂਦਾ ਹੈ, ਤੇ ਉੱਥੇ ਕਿੱਦਾਂ ਜਿਹੜੇ ਸਾਡੇ ਨੌਜਵਾਨ ਤੇ ਜਿਹਨੂੰ ਗੁੰਮਰਾਹ ਕਰਕੇ ਪੁਲਿਸ ਨੇ ਰੂਟ ਡਾਈਵਰਟ ਕਰਕੇ ਉਹ ਸਿੱਧੇ ਲਾਲ ਕਿਲੇ ਦੇ ਪਜਾ ਤੇ ਉਹਦੇ ਵੱਲ ਸਿੱਧੀ ਸਾਜ਼ਿਸ਼ ਸੀ। ਤੇ ਦੂਜੀ ਗੱਲ ਹੈ ਜਿਹੜਾ ਕਿਸਾਨ ਤਿਰੰਗਾ ਹੈ, ਤਿਰੰਗਾ ਸਾਡੇ ਸਾਰਿਆਂ ਦੇ ਮਾਣ ਸਨਮਾਨ ਲਈ ਸਭ ਤੋਂ ਬੜੀ ਚੀਜ਼ ਹੈ। ਇਹ ਨੈਸ਼ਨਲਿਜ਼ਮ ਦੀ ਜਿਹੜੀ ਗੱਲ ਕਰਦੀ BJP ਜਾਂ ਮੋਦੀ ਸਰਕਾਰ ਜਾਂ RSS ਜੋ ਵੀ ਫੈਕਟਰ ਕੰਮ ਕਰਦਾ, ਜਿਹੜਾ ਅੱਜ ਅਡਾਨੀਆਂ ਤੇ ਅਵਾਨੀਆਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਇਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਪੰਜਾਬ ਤੇ ਹਰਿਆਣੇ ਦਾ ਤੇ ਬਾਕੀ ਵੀ ਦੇਸ਼ ਦੇ ਰੋਜ਼ 1 ਤੋਂ 2 ਨੌਜਵਾਨ ਤਿਰੰਗੇ 'ਚ ਲਪੇਟ ਹੋ ਕੇ ਬਾਰਡਰ ਤੋਂ ਆਉਂਦੇ ਆ। ਇਹਨਾਂ ਨੂੰ ਸਾਨੂੰ ਕਿਸਾਨਾਂ ਨੂੰ ਵਾਸਤਵ ਸਿਖਾਉਣ ਦੀ ਲੋੜ ਨਹੀਂ। ਕਿਸਾਨਾਂ ਦਾ ਪੁੱਤ ਜਿੱਥੇ ਬਾਰਡਰ ਤੇ ਦੇਸ਼ ਦੀ ਰੱਖਿਆ ਕਰਦਾ ਹੈ, ਉੱਥੇ ਕਿਸਾਨ ਖੁਦ ਜ਼ਮੀਨ ਦੇ ਵਿੱਚ ਅਨਾਜ ਪੈਦਾ ਕਰਕੇ ਦੇਸ਼ ਦੇ ਲੋਕਾਂ ਦਾ ਪੇਟ ਪਾਉਂਦੇ। ਤੇ 26 ਜਨਵਰੀ ਉੱਥੇ ਚੱਲ ਗਏ ਤੇ ਸਾਨੂੰ ਤਿਰੰਗੇ ਦੀ ਜਿਹੜਾ ਮਾਨ ਸਨਮਾਨ ਹੈ ਸਾਡੇ ਲਈ ਹਮੇਸ਼ਾ ਉੱਪਰ ਰਹੇਗਾ, ਅੱਜ ਵੀ ਅਤੇ ਆਉਣ ਵਾਲੇ ਸਮੇਂ ਵੀ। ਤੇ ਜਿਹੜੇ ਨੌਜਵਾਨ ਉੱਥੇ ਗਏ ਵੀ ਹੈ, ਉਹਨਾਂ ਦਾ ਤਿਰੰਗੇ ਨੂੰ ਕਿਸੇ ਨੇ ਹੱਥ ਨਹੀਂ ਲਗਾਇਆ। ਤੇ ਜਿਹੜੇ ਇਹ ਲਾਲ ਕਿਲੇ ਦੀ ਗੱਲ ਕਰਦੇ ਤਾਂ ਲਾਲ ਕਿਲੇ ਦਾ ਪਰਚਾ ਨਹੀਂ ਦਰਜ ਕਰਵਾ ਸਕਦੇ, ਕਿਉਂ ਲਾਲ ਕਿਲਾ ਤਾਂ ਡਾਲਮੀਨੋ ਨਹੀਂ ਆਲਰੇਡੀ ਲੀਜ਼ ਤੇ ਦੇ ਦਿੱਤਾ ਵਾ। ਜਿਹੜਾ 15 ਅਗਸਤ ਤੇ 26 ਜਨਵਰੀ ਜੋ ਵੀ ਪ੍ਰੋਗਰਾਮ ਉੱਥੇ ਕਰਵਾਉਂਦੇ ਆ, ਸਰਕਾਰ ਉਹ ਡਾਲਮੀਨੋ ਪੇ ਕਰਦੀ ਹੈ। ਤੇ ਜਿਹੜਾ ਤਿਰੰਗਾ ਸੀ ਉਹ ਤਿਰੰਗਾ ਉੱਥੇ ਲੱਗਾ ਹੋਇਆ, ਇੱਕ ਪਾਈਪ ਦੇ ਉੱਤੇ ਨਿਸ਼ਾਨ ਸਾਹਿਬ ਲਾਇਆ ਗਿਆ। ਜਿਹੜੀ ਸਜ਼ਾ ਬਣਦੀ ਹੈ ਕਿਸੇ ਨੂੰ ਪਾਈਪ ਦੇ ਨਿਸ਼ਾਨ ਸਾਹਿਬ ਦੇ ਨਾਲ ਦੀ ਉਹ ਦੇ ਦੇਵੇ ਸਰਕਾਰ। ਇੱਦਾਂ ਤਾਂ ਕੋਈ ਸੰਵਿਧਾਨ ਹੀ ਨਹੀਂ ਸਾਡਾ ਹੈਗਾ ਕਿਸੇ ਨੂੰ ਸਜ਼ਾ ਦੇ ਦੇਵੇ। 26 ਜਨਵਰੀ ਤੋਂ ਬਾਅਦ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।
ਖਾਲਸਤਾਨ ਨਾਲ ਜੁੜਨ ਦੀ ਬੜੇ ਪੱਧਰ ਤੇ ਕੋਸ਼ਿਸ਼ ਕੀਤੀ, ਫੰਡਿੰਗ ਦੀ ਗੱਲ ਕੀਤੀ, ਸਿਰਫ ਸਾਰਾ ਦਾ ਸਾਰਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। 26 ਜਨਵਰੀ ਨੂੰ ਜਿਹੜਾ ਠਹਿਰਾਅ ਹੋਇਆ ਗਾ ਕੁਝ ਸਮੇਂ ਦੇ ਲਈ, ਉਹ ਵੀ ਘੰਟਿਆਂ ਦੇ ਲਈ, ਉਸ ਤੋਂ ਬਾਅਦ ਦੁਬਾਰਾ ਇਹ ਜਿਹੜਾ ਅੰਦੋਲਨ ਹੈ ਪੂਰੇ ਦੇਸ਼ ਦੇ ਵਿੱਚ ਫੈਲ ਗਿਆ। ਪਹਿਲਾਂ ਉਹ ਜ਼ਿਆਦਾ ਤੇਜ਼ੀ ਨਾਲ ਫੈਲਿਆ, ਵਿਦੇਸ਼ਾਂ 'ਚ ਵੀ ਫੈਲ ਗਿਆ ਤੇ ਕਿਸਾਨ ਵੀ ਸਮਝ ਗਏ ਤੇ ਲੋਕ ਵੀ ਸਮਝ ਗਏ ਸਾਰੀ ਬੀਜੇਪੀ ਦੀ ਚਾਲ ਦੀ ਕਿਸਾਨਾਂ ਵੱਲੋਂ ਬਦਨਾਮ ਕਰਨੀ। ਬਿਲਕੁਲ ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਆਜ਼ਾਦ ਜੀ। ਅਸੀਂ ਗੱਲ ਇੱਥੇ ਆ ਕੇ ਖੜਦੀ ਹੈ ਨੈਸ਼ਨਲ ਦੀ ਤੁਸੀਂ ਗੱਲ ਕੀਤੀ, ਪਾਈਪ ਦੀ ਗੱਲ ਕੀਤੀ ਹੈ। ਜਦੋਂ ਲੋਕ ਉੱਥੇ ਨੌਜਵਾਨ ਸੀਗੇ, ਜਦੋਂ 26 ਜਨਵਰੀ ਦੀ ਸੀ, 25 ਜਨਵਰੀ ਨੂੰ ਰਾਤ ਨੂੰ 1:30 ਵਜੇ ਮੀਟਿੰਗ ਹੋਈ ਦੀਪ ਸਿੱਧੂ ਹੋਰਾਂ ਦੀ ਬਾਕੀ ਕਿਸਾਨਾਂ ਦੇ ਨਾਲ, ਉੱਥੋਂ ਲੋਕਾਂ ਨੂੰ ਐਂ ਲੱਗਾ ਵੀ ਇਹਨਾਂ ਦੇ ਵਿੱਚ ਕੋਈ ਮੈਨੂਪੂਲੇਸ਼ਨ ਕੀਤੀ ਗਈ ਆ, ਕਿਉਂਕਿ ਜਿਹੜਾ ਤੁਹਾਡਾ ਕਿਸਾਨਾਂ ਦਾ ਰੂਟ ਸੀਗਾ ਸਰਕਾਰ ਵੱਲੋਂ ਤੈਅ ਕੀਤਾ, ਕਿਸਾਨਾਂ ਵੱਲੋਂ, ਕਿਸਾਨ ਆਗੂ ਵੱਲੋਂ ਤੈਅ ਕੀਤਾ ਸੀ, ਉਹ 11 ਵਜੇ ਤੋਂ ਬਾਅਦ ਸੀਗਾ, ਕਿਉਂਕਿ 11 ਵਜੇ ਤੱਕ ਰਾਸ਼ਟਰਪਤੀ ਨੇ ਆਪਣਾ ਉਹ ਝੰਡਾ ਲਹਿਰਾ ਕੇ ਨਿਕਲ ਜਾਣਾ ਸੀਗਾ। ਰੂਟ ਤੈਅ ਕੀਤਾ ਗਿਆ। ਆਪਾਂ ਨੌਜਵਾਨਾਂ ਨੂੰ ਸਾਡਾ ਜੋਸ਼ ਹੈਗਾ, ਜੋਸ਼ ਨੂੰ ਆਪਾਂ ਸਹੀ ਢੰਗ ਨਾਲ ਯੂਜ਼ ਕਰਨਾ, ਸਹੀ ਰੂਟ ਤੇ ਲੈ ਕੇ ਜਾਈਏ। ਪਰ ਸਰਕਾਰ ਦੀਆਂ ਏਜੰਸੀਆਂ ਨੇ ਉਹ ਜਿਹੜਾ ਕਮਿਊਨੀਕੇਸ਼ਨ ਗੈਪ ਖੜਾ ਕੀਤਾ। ਚਲੋ ਫਿਰ ਵੀ ਅਸੀਂ ਉਸ ਪਰਮਾਤਮਾ ਵਾਹਿਗੁਰੂ ਦੇ ਧੰਨਵਾਦੀ ਹੈ ਕਿ ਅੱਜ ਸਾਡਾ ਕਿਸਾਨ ਅੰਦੋਲਨ ਮੁੜ ਕੇ ਲੀਹਾਂ ਤੇ ਹੈ ਤੇ ਜਿਹੜੀ ਕੇਂਦਰ ਸਰਕਾਰ ਨੂੰ ਇਸ ਝੁਕਣਾ ਹੀ ਪੈਣਾ। ਅੱਜ ਨਹੀਂ ਝੁਕੇਗੀ, 2 ਮਹੀਨੇ ਰੁਕ ਕੇ ਝੁਕੇਗੀ, ਝੁਕਣਾ ਪਵੇਗਾ। ਬਹੁਤ ਵਧੀਆ ਜੀ ਤੁਸੀਂ ਗੱਲ ਕੀਤੀ ਆ। ਆਪਾਂ ਹੁਣ ਗੱਲ ਅੰਦਰ ਕਿਸਾਨ ਗੱਲ ਜਿਹੜੀ ਇੱਧਰ ਨੂੰ ਲਿਆਈਏ। ਦੇਸ਼ ਦੀਆਂ 5 ਸਟੇਟਾਂ ਦੇ ਵਿੱਚ ਪੱਛਮੀ ਬੰਗਾਲ, ਤਾਮਿਲਨਾਡੂ, ਪਾਂਡੀਚੇਰੀ, ਅਸਾਮ ਤੇ ਹੋਰ ਜਿਹੜੀਆਂ ਉੱਥੇ ਵਿਧਾਨ ਸਭਾ ਚੋਣਾਂ ਹੋ ਰਹੀਆਂ ਤੇ ਕਿਸਾਨਾਂ ਨੇ ਇੱਕ ਫੈਸਲਾ ਲਿਆ ਸੀਗਾ ਵੀ ਪੱਛਮੀ ਬੰਗਾਲ ਦੇ ਵਿੱਚ ਹੀ ਮਮਤਾ ਬੈਨਰਜੀ ਉੱਥੇ ਜਾ ਕੇ ਪ੍ਰਚਾਰ ਕਰਨਾ ਔਰ ਕਲਕੱਤੇ ਦੇ ਵਿੱਚ ਜਿਹੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਆ ਉੱਥੇ ਕਲਕੱਤੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਾ ਕੇ ਪ੍ਰੈਸ ਕਾਨਫਰੰਸ ਕਰਨ, ਲੋਕਾਂ ਨੂੰ ਸੰਬੋਧਨ ਕਰਦੇ ਆ ਵੀ ਕੇਂਦਰ ਸਰਕਾਰ ਦੇ ਖਿਲਾਫ, ਭਾਜਪਾ ਦੇ ਖਿਲਾਫ ਜਿਹੜਾ ਆ ਉਹ ਉਹਨਾਂ ਨੂੰ ਜਾਗਰੂਕ ਕਰਦੇ ਆ। ਆਪਾਂ ਇਸ ਅੰਦੋਲਨ ਨੂੰ ਜਿਹੜਾ ਕਿਸਾਨਾਂ ਨੇ ਫੈਸਲਾ ਲਿਆ ਕਿ ਮਤਲਬ ਜਿਹੜਾ ਕੇਂਦਰ ਸਰਕਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਇਹ ਸਾਡੇ ਕਿਸਾਨ ਵੀਰ ਉੱਥੇ ਜਾ ਕੇ ਪ੍ਰਚਾਰ ਕਿੰਨਾ ਕੁ ਪ੍ਰਭਾਵ ਛੱਡੂਗਾ, ਕਿੰਨਾ ਕੁ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਜਾਂ ਹੋਰਨਾਂ ਸਟੇਟਾਂ ਦੇ ਵਿੱਚ ਜਿਹੜਾ ਇਹ ਕਿਸਾਨਾਂ ਵੱਲੋਂ ਪ੍ਰਚਾਰ। ਜਿਹੜੇ 5 ਸਟੇਟਾਂ ਜਿਹੜੇ ਸਭ ਤੋਂ ਵੱਡਾ ਸਟੇਟ ਵੈਸਟ ਬੰਗਾਲ ਹੈ ਜੀ ਤੇ ਬੀਜੇਪੀ ਨੇ ਵੀ ਉੱਥੇ ਆਪਣਾ ਸਭ ਕੁਝ ਝੋਕਿਆ। 40 ਰੈਲੀਆਂ ਮੋਦੀ ਕਰ ਰਿਹਾ, 40 ਅਮਿਤ ਸ਼ਾਹ ਕਰ ਰਿਹਾ, 40 ਨੱਡਾ ਜੀ ਕਰ ਰਹੇ ਹੈ, ਬੜੇ ਬੜੇ ਲੀਡਰ, ਪੂਰਾ ਇਹਨਾਂ ਦਾ ਸਟਰਕਚਰ ਉੱਥੇ ਲੱਗਾ ਹੈ। ਇੱਕ ਜਿਹੜੀ ਔਰਤ ਹੈ ਉਹ 'ਤੇ ਧੱਕਾ ਵੀ ਕਰਨ ਦੀ ਕੋਸ਼ਿਸ਼ ਕਰ ਰਹੇ, ਉਹਨੂੰ ਦਬਾਉਣ ਦੀ ਕੋਸ਼ਿਸ਼ ਵੀ ਕਰਦੇ, ਕਦੇ ਈਡੀ ਤੋਂ ਦਬਾਉਣ ਦਿੰਦੇ, ਕਦੇ ਕੁਝ ਵੀ ਕਰਦੇ ਆ। ਇਹ ਇੱਕ ਬੀਜੇਪੀ ਦਾ ਜਿੱਦਾਂ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੈ, ਕਿਸਾਨਾਂ ਨੂੰ ਬਦਨਾਮ ਕਰਕੇ ਕਰ ਰਹੇ ਸੀ ਜਾਂ ਕਿਸਾਨਾਂ ਨੂੰ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਪਰਚੇ ਦਰਜ ਕਰਕੇ। ਕਿਸਾਨ ਡਰੇ ਨਹੀਂ, ਉਹਦੇ ਉਹੀ ਚੀਜ਼ ਵੈਸਟ ਬੰਗਾਲ 'ਚ ਕਰਨਾ ਚਾਹੁੰਦੇ ਆ। ਤੇ ਜਦੋਂ ਤੱਕ ਕਿਸਾਨ ਜਿਹੜੇ ਹੈਗੇ ਆ ਸਾਡੇ ਆਲ ਇੰਡੀਆ ਜੱਟ ਮਹਾਂਸਭਾ ਦੇ ਪੰਜਾਬ ਦੇ ਪ੍ਰਧਾਨ ਹੈ ਤੇ ਰਾਸ਼ਟਰੀ ਜਿਹੜੇ ਹੈਗੇ ਵਾਈਸ ਪ੍ਰਧਾਨ ਹਰਪ੍ਰਾਜ ਵੀ ਕੱਲ ਵੈਸਟ ਬੰਗਾਲ ਚੱਲ ਗਏ, ਹਰਪਾਲ ਸਿੰਘ ਹਰਪ੍ਰਾਜ ਜੀ। ਮੇਰੀ ਉਹਨਾਂ ਨਾਲ ਵੀ ਗੱਲ ਹੋਈ ਸੀ, ਚੌਧਰੀ ਜੁਗਵੀਰ ਜੀ, ਉਹ ਵੀ ਉੱਥੇ ਵੈਸਟ ਬੰਗਾਲ ਜਾ ਕੇ ਉਹਨਾਂ ਨਾਲ ਗੱਲ ਹੋਈ ਕਿ ਜਿਹੜਾ ਉੱਥੇ ਦਾ ਇੱਕ ਮੁੱਠੀ ਚਾਵਲ ਮੰਗ ਰਹੇ ਹੈ। ਜੀ ਜੀ ਬਿਲਕੁਲ, ਇੱਕ ਮੁੱਠੀ ਚਾਵਲ ਮੰਗ ਰਹੇ ਹੈ ਤੇ ਜਿਹੜਾ ਕਿਸਾਨ ਹੈ ਸਭ ਤੋਂ ਵੱਡੀ ਜ਼ਿਆਦਾ ਫਸਲ ਚਾਵਲ ਦੀ ਹੁੰਦੀ ਹੈ ਵੈਸਟ ਬੰਗਾਲ। ਕਿਸਾਨ ਆਗੂ ਉੱਥੇ ਇਹ ਇਕੱਲੇ ਕਿਸਾਨ ਨੂੰ ਇਕੱਲੇ ਘਰ ਇਹ ਗੱਲ ਪਹੁੰਚਾ ਰਹੇ ਹੈ ਕਿ MSP 1850 ਰੁਪਏ ਜਿਹੜਾ ਚਾਵਲ ਦਾ ਹੈਗਾ, ਚੋਲਾਂ ਦਾ ਸਾਡਾ ਹੈਗਾ, ਤੁਹਾਨੂੰ 1850 ਮਿਲਣਾ। ਇਹ ਇੱਕ ਮੁੱਠੀ ਚਾਵਲ ਦੇ ਨਾਂ ਤੇ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਵੋਟਾਂ ਇਕੱਠੀਆਂ ਕਰਨੀਆਂ ਚਾਹੁੰਦੇ ਆ। ਅਸੀਂ ਜਿਹੜੇ ਸਾਡੇ ਆਗੂ ਹੈਗੇ ਜਾਂ ਸਾਡੇ ਵੀਰ ਭਰਾ ਹੈਗੇ ਆ, ਅਸੀਂ ਵੀ ਜਾਵਾਂਗੇ ਤੇ ਉੱਥੇ ਜਾ ਕੇ ਇਕੱਲੇ ਨੂੰ ਅੱਜ ਜੋ ਸਮਝਾ ਰਹੇ ਉਸ ਚੀਜ਼ ਦਾ ਬਹੁਤ ਵੱਡਾ ਅਸਰ ਹੋਏਗਾ ਕਿਉਂਕਿ 1850 ਰੁਪਇਆ 1 ਕੁਆਂਟਲ, ਮਤਲਬ ਜੇ ਘੱਟ ਤੋਂ ਘੱਟ ਵੀ 20 ਕੁਆਂਟਲ ਕਿੱਲੇ ਦੇ ਲਾ ਲਈਏ ਤਾਂ ਆਪਾਂ ਗੈਪ ਲੈ ਲਈਏ, ਉੱਥੇ 1000 ਰੁਪਇਆ ਵੀ ਕੁਆਂਟਲ ਵੈਸਟ ਬੰਗਾਲ 'ਚ ਸਾਨੂੰ ਰੇਟ ਨਹੀਂ ਮਿਲ ਰਿਹਾ ਤੇ 850 ਰੁਪਏ ਪਰ ਕੁਆਂਟਲ ਹੋ ਰਿਹਾ ਜੀ। 1 ਕਿੱਲੇ ਮਤਲਬ 16,000 ਦਾ ਜ਼ਿਆਦਾ ਨੁਕਸਾਨ ਹੋ ਰਿਹਾ। 6,000 ਦੀ ਕਿਸਾਨ ਨੀਤੀ ਦੀ ਗੱਲ ਕਰਦੇ ਆਪਾਂ 1 ਕਿੱਲੇ ਮਗਰ ਕਿਸਾਨ ਦਾ 30 ਤੋਂ 32,000 ਰੁਪਇਆ ਕਿਸਾਨਾਂ ਦਾ ਨੁਕਸਾਨ ਕਰ ਰਹੇ ਆ ਤੇ ਇਹ ਚੀਜ਼ਾਂ ਲੋਕਾਂ ਦੇ ਦਿਮਾਗ 'ਚ, ਲੋਕ ਅੱਜ ਉੱਥੇ ਕਿਸਾਨਾਂ ਨਾਲ ਖੜੇ ਆ, ਕਿਸਾਨਾਂ ਦੀ ਗੱਲ ਸੁਣਦੇ ਆ ਤੇ ਜਿੱਥੇ ਕਿਸਾਨਾਂ ਦੀ ਆਪਾਂ ਗੱਲ ਕਰਦੇ ਆ ਉੱਥੇ ਲੇਬਰ ਐਕਟ ਹੈ, ਜਿੱਥੇ ਮਜ਼ਦੂਰ ਵਰਗ ਵੀ ਵੈਸਟ ਬੰਗਾਲ 'ਚ ਬਹੁਤ ਜ਼ਿਆਦਾ ਹੈ। 400 ਜਿਹੜਾ ਕਾਨੂੰਨ ਸੀ ਤੇ 40 ਲੇਬਰ ਐਕਟ ਬਣਾਤੇ। 300 ਤੋਂ ਘੱਟ ਜਿਸ ਮਲਾਜ ਫੈਕਟਰੀ ਦੇ ਵਿੱਚ, ਜਿਸ ਇੰਡਸਟਰੀ, ਜਿਸ ਕੰਪਨੀ 'ਚ ਕੋਈ ਵੀ ਕੰਮ ਕਰਦੇ, ਵਰਕਰ ਕੰਮ ਕਰਦੇ, ਜਿੱਦਾਂ ਕਿਸਾਨਾਂ ਨੇ ਕਰਤਾ ਵੀ ਉਹ ਕੋਰਟ 'ਚ ਨਹੀਂ ਜਾ ਸਕਦੇ, ਉੱਤੇ ਕੋਈ ਉਹਦਾ ਜਿਹੜਾ ਮਾਲਕ ਹੈਗਾ ਕਿਸੇ ਟਾਈਮ ਵੀ 3 ਮਹੀਨੇ ਦੀ ਅੱਧੀ ਤਨਖਾਹ ਦੇ ਕੇ ਉਸ ਮਜ਼ਦੂਰ ਨੂੰ ਬਾਹਰ ਕੱਢ ਸਕਦਾ, ਉਸ ਕਰਮਚਾਰੀ ਨੂੰ ਬਾਹਰ ਕੱਢਦਾ, ਕੋਰਟ ਨਹੀਂ ਜਾ ਸਕਦਾ। ਇਹ ਗੱਲਾਂ ਵੀ ਉਹਨਾਂ ਨੂੰ ਸਮਝਾਈਆਂ ਜਾ ਰਹੀਆਂ। ਜਿਹੜੇ ਦੁਕਾਨਦਾਰ ਵੀ ਆ ਉਹਨਾਂ ਨੂੰ ਵੀ ਸਮਝਾਇਆ ਜਾ ਰਿਹਾ ਕਿ ਜੇ ਕਿਸਾਨ ਖਤਮ ਹੋ ਗਿਆ, ਮਜ਼ਦੂਰ ਖਤਮ ਹੋ ਗਿਆ, ਦੁਕਾਨਦਾਰ ਖਤਮ ਹੋ ਜਾਣਾ। ਇਸ ਕਰਕੇ ਉੱਥੇ ਬੀਜੇਪੀ ਨੂੰ ਵੱਡੀ ਹਾਰ ਹੋਣੀ। ਬੀਜੇਪੀ ਨੂੰ ਇਹ ਹਾਰ ਬਹੁਤ ਜ਼ਰੂਰੀ ਹੈ ਜੇ ਦੇਸ਼ ਦੇ ਕਿਸਾਨ ਨੂੰ ਬਚਾਉਣਾ, ਦੇਸ਼ ਦੇ ਮਜ਼ਦੂਰ ਨੂੰ ਬਚਾਉਣਾ, ਦੇਸ਼ ਦੇ ਛੋਟੇ ਵਰਗ ਨੂੰ ਬਚਾਉਣਾ, ਮੀਡੀਅਮ ਵਰਗ ਨੂੰ ਬਚਾਉਣਾ, ਤਾਂ ਬੀਜੇਪੀ ਨੂੰ ਲੋਕਾਂ ਨੂੰ ਹਾਰ ਜ਼ਰੂਰ ਦੇਣੀ ਚਾਹੀਦੀ। ਮੈਨੂੰ ਜੇ ਪੂਰਨ ਆਸ ਹੈ ਕਿ ਵੈਸਟ ਬੰਗਾਲ ਬੜੇ ਤੇ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰ ਰਿਹਾ, ਜਿੱਥੇ ਪੂਰੀ ਤਾਕਤ, ਪੂਰਾ ਗੋਦੀ ਮੀਡੀਆ ਨੂੰ ਜਿਤਾਉਣ ਲੱਗਾ, ਉੱਥੇ ਬੰਗਾਲ ਦੀ ਜਿਹੜੀ ਜਨਤਾ ਹੈ ਉਹ ਬੀਜੇਪੀ ਨੂੰ ਹਰਾ ਕੇ ਵਾਪਸ ਦਿੱਲੀ ਭੇਜੀ।
ਹਾਂ ਬਿਲਕੁਲ ਜੀ। ਜੈਬ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ। ਸਾਡਾ ਲਾਸਟ ਸਵਾਲ ਅਸੀਂ ਗੱਲ ਕਰੀਏ ਕਿਸਾਨ ਅੰਦੋਲਨ ਨੂੰ ਹੀ ਲੈ ਕੇ। ਪਿਛਲੇ ਦਿਨੀ ਕੇਂਦਰ ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਕਿਸਾਨ ਦੀ ਫਸਲ ਦੇ ਪੈਸੇ ਆ ਉਹ ਕਿਸਾਨ ਦੇ ਖਾਤੇ ਦੇ ਵਿੱਚ ਆਣੇ ਆ। ਠੀਕ ਹੈ, ਉਹ ਕਿਸਾਨ ਦੇ ਖਾਤੇ ਦੇ ਵਿੱਚ ਆਣੇ ਆ ਤੇ ਆੜਤੀਏ ਨਾਲੋਂ ਕਿਸਾਨ ਜਿਹੜਾ ਟੁੱਟ ਜਾਣਾ। ਤੇ ਉਹਦੇ ਨਾਲ ਜਿਹੜੀ ਆ ਕਿਸਾਨ, ਬਹੁਤ ਸਾਰੇ ਕਿਸਾਨ ਆ ਜਿਨ੍ਹਾਂ ਦੀ ਜ਼ਮੀਨ ਬਹੁਤ ਥੋੜ੍ਹੀ ਆ, ਤੇ ਉਹਨਾਂ ਨੇ ਜਿਹੜੇ ਸਾਡੇ NRI ਵੀ ਜ਼ਿਆਦਾਤਰ ਅਸੀਂ ਦੇਖੀਏ ਸਾਡੇ ਦੁਆਬੇ ਦੇ ਮਾਝੇ ਦੇ ਬਹੁਤ ਜ਼ਿਆਦਾਤਰ ਕਿਸਾਨ ਜਿਹੜੇ ਵੀਰ ਆ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਆ। ਉਹਨਾਂ ਨੇ ਆਪਣੀ ਜ਼ਮੀਨ ਜਿਹੜੀ ਹਾਲੇ ਤੇ ਅੱਧ ਤੇ ਕਿਸਾਨਾਂ ਨੂੰ ਦਿੱਤੀ ਗਈ ਹੈ। ਤੇ ਜਦੋਂ ਕਿਸਾਨ 10 20 50 ਖੇਤ ਜਿਹੜਾ ਅੱਧ ਹਾਲੇ ਤੇ ਕਰਦਾ ਆ ਤੇ ਉਹ ਜਿਹੜੇ ਆ ਉਹਦੀ ਜਿਹੜੇ ਪੈਸੇ ਆ ਪੇਮੈਂਟ ਆ ਫਸਲ ਦੀ ਉਹ ਕਿਸਾਨਾਂ ਦੇ ਖਾਤੇ ਦੇ ਵਿੱਚ ਆਉਣੀ ਆ। ਤੇ ਜਿਹੜੇ ਕਿਸਾਨਾਂ ਦੇ ਖਾਤੇ ਦੇ ਵਿੱਚ ਆਉਣੀ ਆ, ਜਿਹੜਾ ਤਾਂ ਕਿਸਾਨ ਦੀ ਆਪਣੀ ਜ਼ਮੀਨ ਦਾ ਹੈ ਉਹਦੇ ਵਿੱਚ ਆ ਜਾਣਾ। ਨਾਲ ਹੀ ਸਰਕਾਰ ਨੇ ਇਹ ਕਹਿ ਦਿੱਤਾ ਵੀ ਤੁਸੀਂ ਇਹ ਵੈਰੀਫਾਈ ਕਰੋ ਕਿਹੜੀ ਜ਼ਮੀਨ ਕਿਸ ਕਿਸਾਨ ਦੇ ਖਾਤੇ ਦੇ ਵਿੱਚ ਆ। ਤੇ ਜਦੋਂ ਉਹ ਕਿਸਾਨ NRI ਖੇਤਾਂ ਦੇ ਵਿੱਚ ਪਹੁੰਚਣ ਉਹਨਾਂ ਦੇ ਖਾਤੇ ਚਲ ਜਾਣੀ ਆ। ਉਹ ਕਿਸਾਨ ਤਾਂ ਫਿਰ ਉਹਨਾਂ ਪੈਸਿਆਂ ਨੂੰ ਲੈਣ ਲਈ ਜਾਂ ਤਾਂ ਜ਼ਮੀਨ ਛੱਡੂਗਾ ਤਾਂ ਜਾਂ ਫਿਰ ਉਹ ਕਿਸਾਨ ਦੇ ਆ ਤੇ ਆੜਤੀਏ ਨਾਲ ਉਹਦਾ ਜਿਹੜਾ ਰਿਸ਼ਤਾ ਟੁੱਟ ਜਾਣਾ। ਇਹਦੇ ਬਾਰੇ ਜਿਹੜਾ ਆ ਤੁਸੀਂ ਇਹ ਦੱਸੋ ਕਿ ਕੀ ਇਹ ਕਿਸਾਨ ਅੰਦੋਲਨ ਨੂੰ ਪ੍ਰਭਾਵਿਤ ਕਰਨ ਦੀ ਸਰਕਾਰ ਦੀ ਚਾਲ ਆ, ਔਰ ਕਿਸਾਨ ਤੇ ਆੜਤੀਏ ਦਾ ਜੇ ਰਿਸ਼ਤਾ ਟੁੱਟ ਗਿਆ, ਜਿਹੜਾ ਇੱਕ ਦੂਜੇ ਦਾ ਬਹੁਤ ਵਧੀਆ ਰਿਸ਼ਤਾ ਕਿਸਾਨ ਨੂੰ ਹੁੰਦੀ ਆ, ਇਹ ਕਿੰਨਾ ਕੁ ਜਿਹੜਾ ਪ੍ਰਭਾਵ ਆ ਕੇਂਦਰ ਸਰਕਾਰ ਦਾ ਇਹ ਬਿਆਨ, ਕੇਂਦਰ ਸਰਕਾਰ ਦੀ ਇਹ ਕਾਨੂੰਨ ਜਿਹੜਾ ਇਹ ਕਿੰਨਾ ਪ੍ਰਭਾਵਿਤ ਕਰ ਸਕਦਾ ਕਿਸਾਨ ਨੂੰ? ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕੇਂਦਰ ਸਰਕਾਰ ਤੇ ਜਿਹੜੇ BJP ਹੈ ਜੀ, ਇਹ ਲਗਾਤਾਰ ਕਿਸਾਨ ਅੰਦੋਲਨ ਨੂੰ ਸੱਟ ਮਾਰ ਲਈ, ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਹੜੇ ਡਾਇਰੈਕਟ ਕਿਸਾਨਾਂ ਦੇ ਤੋਂ ਫਰਦਾ ਲੈ ਕੇ ਤੇ ਉਹਨਾਂ ਦੇ ਖਾਤੇ ਲੈ ਕੇ ਉਹਨਾਂ 'ਚ ਪੈਸੇ ਪਾਉਣ ਦੀ ਕੋਸ਼ਿਸ਼ ਹੈ, ਇਹ ਵੀ ਇੱਕ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਇਹਦੇ ਵਿੱਚ ਵੀ ਜਿਹੜੀ ਕੇਂਦਰ ਸਰਕਾਰ ਕਿਤੇ ਵੀ ਸਫਲ ਨਹੀਂ ਹੋਵੇਗੀ। ਕੇਂਦਰ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਹੈ, ਕੇਂਦਰ ਸਰਕਾਰ ਦਾ ਜਿਹੜਾ ਇੱਕ ਨੀਤੀਆਂ ਵਾਲਾ ਵਰਗ ਹੈ, ਉਹਨੇ ਹਮੇਸ਼ਾ ਕਾਰਪੋਰੇਟ ਘਰਾਣਿਆਂ ਦੇ ਲਈ ਨੀਤੀਆਂ ਬਣਾਈਆਂ ਤੇ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਕਰਨਾ, ਸਾਡੇ ਲੋਕਾਂ ਨੂੰ ਲੜਾ ਕੇ ਅੰਗਰੇਜ਼ਾਂ ਵਾਲੀ ਨੀਤੀ ਜਾਂ ਮੁਗਲਾਂ ਵਾਲੀ ਨੀਤੀ ਤੇ ਚੱਲਦੇ ਆ ਤੇ ਪਾੜਨ ਤੇ ਰਾਜ ਕਰੋ ਦੀ ਨੀਤੀ ਕਰਦੇ। ਜੇ ਆੜਤੀਆਂ ਨੂੰ ਵਿੱਚ ਬਾਹਰ ਕੱਢਦੇ ਆ, ਸਾਡੀ 5 ਲੱਖ ਦੀ ਕਿਤੇ ਲਿਮਟ ਹੁੰਦੀ ਬਣੀ ਵੀ, ਅਸੀਂ 5 ਲੱਖ ਉਹਦੇ ਕੋਲੋਂ ਫੜ ਕੇ ਜਮ੍ਹਾਂ ਕਰਾ ਦਿੰਦੇ, ਮੁੜ ਕੇ 5 ਲੱਖ ਲੈ ਕੇ ਆੜਤੀ ਨੂੰ ਦੇ ਦਿੰਦੇ। ਸਾਡਾ ਸਿਸਟਮ ਚੱਲਦਾ ਸੀ, ਆੜਤੀਆਂ ਨਾਲ ਸਾਡਾ ਬੜਾ ਨੇੜੇ ਦਾ ਸੰਬੰਧ ਤਾ। ਆੜਤੀ ਨੂੰ ਅਲੱਗ ਕਰਕੇ, ਕਿਸਾਨਾਂ ਨੂੰ ਅਲੱਗ ਕਰਕੇ, ਜਿਹੜੇ ਮਾਲਕਾਂ ਨੂੰ ਅਲੱਗ ਕਰਕੇ ਸਾਰੀ ਸੋਚੀ ਸਮਝੀ ਸਾਜ਼ਿਸ਼ ਹੈ ਕਿ ਕਿਸੇ ਤਰ੍ਹਾਂ ਅੰਦੋਲਨ ਨੂੰ ਫੇਲ ਕਰਤਾ ਜਾਵੇ। ਪਰ ਪੰਜਾਬ ਸਰਕਾਰ ਨੇ ਜਿਹੜਾ ਇੱਕ ਫੈਸਲਾ ਕੀਤਾ ਹੈ ਕਿ ਅਸੀਂ ਡਾਇਰੈਕਟ ਜਿਹੜਾ ਫਸਲ ਲੈ ਕੇ ਆਏਗਾ ਉਹਨੂੰ ਪੈਸੇ ਦੇਵਾਂਗੇ, ਬਹੁਤ ਵਧੀਆ ਹੈ। ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ, ਉਹ ਕੋਈ ਵੀ ਨੀਤੀ ਬਣਾ ਲਵੇ ਤੇ ਇਹ ਜਿਹੜੇ ਕਿਸਾਨ ਹੈਗੇ ਆ, ਜਿਹੜੇ ਬਾਰਡਰਾਂ 'ਤੇ ਬੈਠੇ, ਜਿਹੜੇ ਇੱਥੇ ਅੰਦੋਲਨ ਚੱਲ ਰਹੇ, ਪਰਸੋਂ ਵੀ ਅਸੀਂ ਸੋਲਕੀਆ ਬਾਰਡਰ 'ਤੇ ਉੱਥੇ ਪ੍ਰੋਟੈਸਟ ਦਾ ਮੋਦੀ ਸਾਹਿਬ ਦਾ ਪੁਤਲਾ ਫੂਕਿਆ, ਉੱਥੇ ਔਰਤਾਂ ਵੀ ਉੱਥੇ ਕਾਫੀ ਆਈਆਂ ਸੀ, ਮਹਿਲਾਵਾਂ, ਸਾਡੀਆਂ ਮਾਤਾ ਭੈਣਾਂ ਵੀ ਉੱਥੇ ਸ਼ਾਮਲ ਹੋਈਆਂ। ਤੇ ਮੈਂ ਉਹਨਾਂ ਦਾ ਥੋੜ੍ਹੀ ਕੁਐਸਚਨ ਤੋਂ ਥੋੜ੍ਹੀ ਅਲੱਗ ਗੱਲ ਕਰਦਾ ਕਿ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਆਪਣੇ ਜਿਹੜੇ ਨੌਜਵਾਨ ਵੀਰ ਹੈ ਜਾਂ ਆਪਣੇ ਪਰਿਵਾਰ ਹੈ ਸਾਰੇ ਬੈਠੇ, ਉਹ ਉਹਦੇ ਔਰਤ ਦਾ ਇਹ ਦਾ ਮਹਿਲਾ ਰਾਣੀ ਮਾਂ ਦਾ ਕਿ ਮੇਰੇ ਬੇਟੇ ਉੱਥੇ ਬੈਠੇ ਆ। ਮੈਂ ਉਹਨਾਂ ਨੂੰ ਕਹਿਤਾ ਤੁਸੀਂ ਅੰਦੋਲਨ 'ਤੇ ਬੈਠੋ ਤੇ ਪਾਣੀ ਮੈਂ ਕਣਕ ਨੂੰ ਆਪ ਲਾ ਲੈਣਾ ਤੇ ਮੈਂ ਆਪਣੇ ਗੁਆਂਢੀਆਂ ਦੇ ਖੇਤਾਂ ਨੂੰ ਵੀ ਪਾਣੀ ਆਪ ਲਾਣੀ ਤੇ ਫਸਲ ਵੀ ਅਸੀਂ ਵੱਢ ਲੈਣੀ, ਤੁਸੀਂ ਅੰਦੋਲਨ ਤੋਂ ਵਾਪਸ ਨਹੀਂ ਆਉਣਾ। ਇਸ ਕਰਕੇ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ, ਕੋਈ ਵੀ ਹੱਥਕੰਡਾ ਬਣਾ ਲਵੇ। ਇੱਕ ਕੇਂਦਰ ਸਰਕਾਰ ਨੂੰ ਅੰਗਰੇਜ਼ਾਂ ਦੇ ਟਾਈਮ 9 ਅੰਦੋਲਨ ਹੋਏ ਸੀ ਕਿਸਾਨਾਂ ਦੇ ਤੇ ਉਸ ਟਾਈਮ ਅੰਗਰੇਜ਼ਾਂ ਨੂੰ ਝੁਕਣਾ ਪਿਆ ਸੀ ਤੇ ਕੇਂਦਰ ਸਰਕਾਰ ਜਿਹੜਾ ਅੰਗਰੇਜ਼ਾਂ ਤੋਂ ਵੀ ਜ਼ਿਆਦਾ ਜਿਹੜਾ ਮੋਦੀ ਆਪਣੇ ਆਪ ਨੂੰ ਜ਼ੁਲਮ ਕਰਨਾ, ਲੋਕਾਂ ਨੂੰ ਪਾੜਨ ਦੀਆਂ ਨੀਤੀਆਂ, ਘਟੀਆਂ ਨੀਤੀਆਂ, ਕਾਰਪੋਰੇਟ ਘਰਾਣਿਆਂ ਵਾਲੀਆਂ ਨੀਤੀਆਂ ਜਿਹੜੀਆਂ ਫਾਇਦਾ ਪਹੁੰਚਾਉਣੀਆਂ ਉਹ ਜਿਹੜੀਆਂ ਬਣਾ ਰਿਹਾ, ਇਹਨੂੰ ਸਫਲ ਨਹੀਂ ਹੋਣ ਦਿੱਤਾ ਜਾਵੇ। ਆਖਰ ਜਿੱਤ ਕਿਸਾਨ ਦੀ ਹੋਵੇਗੀ, ਮਜ਼ਦੂਰ ਦੀ ਹੋਵੇਗੀ, ਇੱਕ ਆਮ ਨਾਗਰਿਕ ਦੀ ਹੋਵੇਗੀ। ਅੰਗਰੇਜ਼ਾਂ ਦੇ ਅੰਦੋਲਨ ਦੀ ਗੱਲ ਕੀਤੀ ਆ 1907 ਦੇ ਵਿੱਚ ਸਰਦਾਰ ਅਜੀਤ ਸਿੰਘ ਜੀ ਆਪਣੇ ਸ਼ਹੀਦ ਭਗਤ ਸਿੰਘ ਜੀ ਚਾਚਾ ਜੀ ਦੀ ਅਗਵਾਈ 'ਚ ਹੋਇਆ ਸੀ ਪੰਗੜੀ ਸੋਵਾਲ ਜੱਟਾ। ਉਹ 9 ਮਹੀਨੇ ਅੰਦੋਲਨ ਚੱਲਿਆ ਸੀ, ਉਹਦੇ ਵਿੱਚ ਕਿਸਾਨਾਂ ਦੀ ਉਹਨਾਂ ਦੀ ਜਿੱਤ ਹੋਈ ਸੀ। ਕੀ ਤੁਹਾਨੂੰ ਲੱਗਦਾ ਇਸੇ ਤਰ੍ਹਾਂ ਇਸ ਅੰਦੋਲਨ ਦਾ ਰੂਪ ਜਾਊਗਾ ਤਾਂ ਇਸੇ ਤਰ੍ਹਾਂ ਜਿੱਤ ਹੋਊਗੀ? ਕਿਸਾਨ ਅੰਦੋਲਨ ਦੀ ਜਿੱਤ ਨਿਸ਼ਚਿਤ। BJP ਦਾ ਜਿੰਨਾ ਦੇਰ ਕਿਸਾਨ ਅੰਦੋਲਨ ਲੰਬਾ ਚਾਹੇਗਾ ਉਨੀ BJP ਦੀ ਜਿਹੜਾ ਜਨਦਾਰ ਲੋਕਾਂ ਤੋਂ ਦੂਰੀ ਬਣਦੀ ਜਾਏਗੀ। ਆਉਣ ਵਾਲੇ ਟਾਈਮ 'ਚ ਤੁਸੀਂ ਜਿੰਨੇ ਆਪਾਂ ਮਹਾਪੰਚਾਇਤਾਂ ਦੇਖਦੇ, ਰਕੇਸ਼ ਟਕੈਤ ਜੀ ਹੈ, ਚੌਧਰੀ ਜੁਦਵੀਰ ਜੀ ਹੈ, ਜਿੱਥੇ ਵੀ ਕਿਤੇ ਜਾਂਦੇ ਆ ਲੱਖਾਂ ਦੀ ਗਿਣਤੀ 'ਚ ਲੋਕ ਇਕੱਠੇ ਹੁੰਦੇ। ਉੱਥੇ ਕਿਤੇ ਪੋਲੀਟੀਕਲ ਪਾਰਟੀਆਂ ਨਾਲ ਆਪਾਂ ਗੱਡੀਆਂ ਨਹੀਂ ਭੇਜਦੇ, ਉੱਥੇ ਕਿਤੇ ਲੋਕਾਂ ਨੂੰ ਖਾਣ ਦਾ ਪ੍ਰਬੰਧ ਨਹੀਂ ਕਰਦੇ, ਤੁਹਾਨੂੰ ਵਧੀਆ ਖਾਣਾ ਮਿਲੂਗਾ ਜਾ ਕੇ, ਜਾਂ ਅਸੀਂ ਪੈਸੇ ਦੇ ਕੇ ਲੋਕਾਂ ਨੂੰ ਇਕੱਠੇ। ਲੋਕ ਆਪ ਮੁਹਾਰਾ ਹੈ ਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਕੇਂਦਰ ਦੀ ਜਿਹੜੀ BJP ਸਰਕਾਰ ਹੈ, ਮੋਦੀ ਪ੍ਰਧਾਨ ਮੰਤਰੀ ਜੀ ਸਾਡੇ ਹੈਗੇ ਆ, ਇਹਦੇ ਅਗਵਾਈ 'ਚ ਸਰਕਾਰ ਚੱਲਦੀ ਹੈ। ਇਹ ਕਿਸਾਨ, ਮਜ਼ਦੂਰ ਤੇ ਆਮ ਵਰਗ ਬੋਲਦੀ ਹੈ। ਇਸ ਕਰਕੇ ਇਹਨਾਂ ਨੂੰ ਭੁੱਲ ਜਾਣਾ ਚਾਹੀਦਾ। ਇਹ ਜਿਹੜੀ ਜਿੱਤ ਹੈ ਉਹ ਨਿਸ਼ਚਿਤ ਹੈ। ਜਿੰਨੀ ਦੇਰ BJP ਲਾਉਗੀ ਉਨਾ BJP ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਰਹਿਣਗੀਆਂ। ਸਰ, ਕਰੋਨਾ ਦੀ ਤੁਸੀਂ ਸਮਾਜ 'ਚ ਬੁੱਧੀਜੀਵੀ ਵਰਗ ਦੇ ਹੋ, ਪਾਰਟੀ ਨੂੰ ਪ੍ਰਤੀਨਿਧਤਾ ਕਰਦੇ ਹੋ, ਸਮਾਜ ਨੂੰ ਪ੍ਰਤੀਨਿਧਤਾ ਕਰਦੇ ਹੋ। ਆਪਾਂ ਗੱਲ ਕਰੀਏ ਕਰੋਨਾ ਦੀ, ਕਰੋਨਾ
ਸਟਾਰਟਿੰਗ 'ਚ ਹੋਇਆ, 1 ਸਾਲ ਤੋਂ ਇਹਨੂੰ ਵੀ ਸਮਾਂ ਹੋ ਗਿਆ, ਪਿੱਛੇ ਜਿਹਾ ਗੈਪ ਪਿਆ ਸੀਗਾ ਤੇ ਲੋਕਾਂ ਨੂੰ ਲੱਗਦਾ ਸੀ ਵੇਸਲੇ ਹੋ ਗਏ। ਇੱਕ ਕੋਵਿਸ਼ੀਲਡ ਇੰਜੈਕਸ਼ਨ ਆ ਗਿਆ, ਇੰਜੈਕਸ਼ਨ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਹੁਣ ਰਾਏ ਸਰਕਾਰ ਵੱਲੋਂ ਪ੍ਰਸਤਾਵ ਨੂੰ ਸਮੇਂ-ਸਮੇਂ ਤੇ ਬਹੁਤ ਹੀ ਅਹਿਮ ਫੈਸਲੇ ਲਏ ਜਾਂਦੇ ਆ, ਜਿਵੇਂ ਪੁਲਿਸ ਵੱਲੋਂ ਨਾਕੇ ਲਾਏ ਜਾਂਦੇ ਆ, ਡਿਪਾਰਟਮੈਂਟ ਵੱਲੋਂ ਟੀਕੇ ਲਗਾਏ ਜਾਂਦੇ ਆ, ਫ੍ਰੀ ਆਫ ਕਾਸਟ ਲਾਏ ਜਾਂਦੇ ਆ। ਤੁਸੀਂ ਇੱਕ ਸਮਾਜ ਨੂੰ ਪ੍ਰਤੀਨਿਧਤਾ ਕਰਨ, ਇੱਕ ਪ੍ਰਤੀਨਿਧ ਵਜੋਂ ਇਸ ਕੋਰੋਨਾ ਤੋਂ ਬਚਣ ਲਈ ਔਰ ਟੀਕੇ ਕੋਵਿਸ਼ੀਲਡ ਲਈ ਕਿਆ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ? 5 ਦਿਨ ਪਹਿਲਾਂ ਮੈਂ ਖੁਦ ਕੋਵਿਸ਼ੀਲਡ ਦੀ ਜਿਹੜੀ ਵੈਕਸੀਨੇਸ਼ਨ ਆਪ ਵੀ ਕਰਵਾਈ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਜੋ ਵੀ ਸਿਹਤ ਵਿਭਾਗ ਜਾਂ ਸਰਕਾਰ ਦੁਆਰਾ ਦਿਸ਼ਾ ਨਿਰਦੇਸ਼ ਜਿਹੜੀਆਂ ਕੋਵਿਡ-19 ਦੀਆਂ ਗਾਈਡਲਾਈਨਸ ਹੈ ਉਹਦੇ ਹਿਸਾਬ ਨਾਲ ਸਾਨੂੰ ਕੰਮ ਕਰਨਾ ਚਾਹੀਦਾ ਹੈ। ਸਾਨੂੰ ਮਾਸਕ ਲਾ ਕੇ ਰੱਖਣਾ ਚਾਹੀਦਾ, ਸੈਨੀਟਾਈਜ਼ਰ ਯੂਜ਼ ਕਰਨਾ ਚਾਹੀਦਾ, ਡਿਸਟੈਂਸ ਬਣਾ ਕੇ ਰੱਖਣਾ ਚਾਹੀਦਾ ਤੇ ਕੋਵਿਸ਼ੀਲਡ ਜਿਨ੍ਹਾਂ ਨੂੰ 45 ਸਾਲ ਤੋਂ ਉੱਪਰ ਲੱਗ ਰਹੀ ਹੈ ਸਾਰਿਆਂ ਨੂੰ ਆਪ ਅੱਗੇ ਹੋ ਕੇ ਤੇ ਜਿਹੜੀਆਂ ਸਾਡੀਆਂ ਸਮਾਜ ਸੇਵਕ ਜਥੇਬੰਦੀਆਂ ਉਹਨਾਂ ਨੂੰ ਅੱਗੇ ਹੋ ਕੇ ਲੋਕਾਂ ਨੂੰ ਬਾਹਰ ਕੱਢ ਕੇ ਲਵਾਉਣਾ ਚਾਹੀਦਾ, ਕਿਉਂਕਿ ਇਹ ਆਪਣੀ ਜ਼ਿੰਦਗੀ ਪਹਿਲਾਂ ਆਪਾਂ ਬਚਾਵਾਂਗੇ, ਆਪਣਾ ਸਿਸਟਮ ਬਚਾਵਾਂਗੇ, ਅੰਦੋਲਨ ਤਾਂ ਹੀ ਸਾਡੇ ਕਾਮਯਾਬ ਹੋਣੇ, ਆਪਾਂ ਇਹਨਾਂ ਚੀਜ਼ਾਂ ਹੀ ਲੜਾਂਗੇ। ਤੇ ਜਿਹੜੀ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਹੈ, ਜਿਹੜੇ ਪੁਲਿਸ ਪੰਜਾਬ 'ਚ ਹੈ ਜਾਂ ਨਾਲ ਲੱਗਦੇ ਹਿਮਾਚਲ 'ਚ ਹੈ, ਜਦੋਂ ਕੋਈ ਦੁਕਾਨ ਤੇ ਬੈਠਾ ਉਹਦਾ ਚਲਾਨ ਕੱਟਦੀ ਹੈ, ਜੇ ਕੋਈ ਮਾਸਕ ਲਾ ਕੇ ਬਿਨਾਂ ਜਾਂਦਾ ਉਹਦਾ ਵੱਡਾ ਮੋਟਾ ਚਲਾਨ ਕੱਟਿਆ ਜਾਣਾ। ਮੈਂ ਨਹੀਂ ਕਹਿੰਦਾ ਵੀ ਨਾ ਕੱਟਣ, ਮਾਸਕ ਜੇ ਨਹੀਂ ਲਾਇਆ ਸਾਰਿਆਂ ਦਾ ਚਲਾਨ ਕੱਟਣਾ ਚਾਹੀਦਾ। ਜਦੋਂ ਜਿੱਥੇ 2-2 ਹਜ਼ਾਰ ਦੀ ਪੋਲੀਟੀਕਲ ਗੈਦਰਿੰਗ ਹੁੰਦੀ ਹੈ ਜਾਂ 10-10, 20 ਹਜ਼ਾਰ ਲੋਕ ਇਕੱਠਾ ਹੁੰਦਾ ਹੈ ਤੇ ਉੱਥੇ ਪੁਲਿਸ ਕਿੱਥੇ ਸੁੱਤੀ ਹੁੰਦੀ ਹੈ, ਕਿੱਥੇ ਸਰਕਾਰ ਸੁੱਤੀ ਹੁੰਦੀ, ਇਹ ਆਪਣੇ ਆਪ ਸਰਕਾਰਾਂ ਦੀ ਜਿਹੜੀ ਢਿੱਲ-ਮੁੱਲ ਨੀਤੀ ਹੈਗੀ ਹੈ ਇਹ ਸਾਨੂੰ ਕੋਵਿਡ-19 ਤੇ ਜ਼ਿਆਦਾ ਖਤਰਨਾਕ ਰਸਤੇ ਵੱਲ ਲਿਜਾ ਰਹੀ ਹੈ। ਤੇ ਮੈਂ ਸਰਕਾਰ ਨੂੰ, ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਹੈ, ਜਿੱਥੇ ਆਮ ਲੋਕਾਂ ਨਾਲ ਸਖਤੀ ਕਰਦੇ ਇਸੇ ਢੰਗ ਨਾਲ ਜਿੱਥੇ ਰਾਜਨੀਤਿਕ ਲੋਕਾਂ ਦੀ ਗੈਦਰਿੰਗ ਹੁੰਦੀ ਜਾਂ ਹੋਰ ਗਏ ਉੱਥੇ ਵੀ ਸਖਤੀ ਜ਼ਰੂਰ ਕਰਨ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਸਾਡੇ ਨਾਲ ਗੱਲ ਕੀਤੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਗੱਲਬਾਤ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਈਏ। ਦੋਸਤੋ, ਇਹ ਸਨ ਅਜੈਬ ਸਿੰਘ ਬੋਪਾ ਰਾਏ, ਜਿੱਥੇ ਇੱਕ ਸਮਾਜਿਕ ਤੇ ਪਾਰਟੀ ਦੇ ਜੱਟ ਮਹਾਸਭਾ ਦੇ ਪ੍ਰਤੀਨਿਧ ਨੇ, ਜਨਰਲ ਸਕੱਤਰ ਨੇ, ਉੱਥੇ ਪੱਤਰਕਾਰਤਾ ਦੇ ਵਿੱਚ ਵੀ ਅਹਿਮ ਸਥਾਨ ਰੱਖਦੇ ਨੇ, ਬਹੁਤ ਵਧੀਆ ਲਿਖਦੇ ਨੇ। ਅਸੀਂ ਉਹਨਾਂ ਦੇ ਨਾਲ ਜਿੱਥੇ ਗੱਲ ਕੀਤੀ ਕਿਸਾਨ ਅੰਦੋਲਨ ਨੂੰ ਉਹਨਾਂ ਨੇ ਕਿਸ ਤਰ੍ਹਾਂ ਬਾਖੂਬੀ ਤਫਸੀਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਉਹ ਆਪਣੇ ਇੱਕ ਬਹੁਤ ਅਡਿੱਗ ਆਪਣੇ ਫੈਸਲੇ 'ਤੇ ਖੜੇ ਆ ਵੀ ਜਿਹੜੇ 3 ਕਾਨੂੰਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨਾਂ ਦੇ ਖਿਲਾਫ, ਉਹਨੂੰ ਜਦ ਤੱਕ ਖਤਮ ਨਹੀਂ ਹੁੰਦੇ, ਜਦ ਤੱਕ ਰੱਦ ਨਹੀਂ ਕੀਤੇ ਜਾਂਦੇ, ਉਨੀ ਦੇਰ ਕਿਸਾਨ ਜਿਹੜੇ ਆ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਬੈਠੇ ਰਹਿਣਗੇ। ਚਾਹੇ ਸਰਦੀ ਦਾ ਮੌਸਮ ਹੋਵੇ ਤੇ ਚਾਹੇ ਗਰਮੀ ਦਾ ਮੌਸਮ ਹੋਵੇ, ਉਹ ਕਾਨੂੰਨ ਰੱਦ ਹੋਣ ਤੋਂ ਹੁਣ ਤੱਕ ਉੱਥੇ ਬੈਠੇ ਆ। ਤੇ ਨਾਲ ਹੀ ਨਾਲ ਉਹਨਾਂ ਨੇ ਆਪਣੇ ਤਜਰਬੇ ਵੀ ਦੱਸਿਆ, ਕਿਸ ਤਰ੍ਹਾਂ ਉਹਨਾਂ ਨੇ, ਮਾਤਾ ਨੇ ਉਹਨਾਂ ਨੂੰ ਦੱਸਿਆ ਵੀ ਉਹਨਾਂ ਦੇ ਬੱਚੇ ਜਿਹੜੇ ਆ ਉੱਥੇ ਬਾਰਡਰਾਂ 'ਤੇ ਬੈਠੇ ਆ ਤੇ ਮਾਤਾ ਆਪ ਇਹ ਖੇਤਾਂ ਦੇ ਵਿੱਚ ਕੰਮ ਕਰਦੀ ਆ, ਖੇਤਾਂ ਦੀ ਫਸਲ ਵੱਢਣ ਦਾ ਆਸ਼ਵਾਸਨ ਦਿੰਦੀ ਆ। ਤੇ ਇਹੋ ਜਿਹੀਆਂ ਮਾਤਾਵਾਂ ਨੂੰ ਵੀ ਸਲੂਟ ਆ, ਜਿਹੜੇ ਜਿੱਥੇ ਵੀ ਕੋਈ ਪਰਿਵਾਰ ਦਾ ਮੈਂਬਰ ਆ ਜਾਂ ਆਪਣਾ ਕੰਮ ਕਰਦਾ ਅੰਦੋਲਨ 'ਚ ਬੈਠੇ ਆ, ਉਹਨਾਂ ਸਾਰੇ ਪਰਿਵਾਰਾਂ ਨੂੰ ਸਲੂਟ ਆ ਜਿਹੜੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਦੇ ਹਿੱਤ ਦੀ ਗੱਲ ਕਰਦੇ ਆ, ਕਿਸਾਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਦੇ ਆ। ਸੋ ਅਸੀਂ ਗੱਲ ਕਰਾਂਗੇ ਇਹਨਾਂ ਦੇ ਨਾਲ ਜਿਹੜੀ ਅੰਦੋਲਨ ਸੰਬੰਧੀ ਜਿਹੜੀ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਐਜੀਟਿਸ ਦਿਖਾਇਆ ਜਾਵੇ। BBC ਪੰਜਾਬ ਲਈ ਹੁਸ਼ਿਆਰਪੁਰ ਤੋਂ ਦਲਜੀਤ ਅਜਨੋਬਾ।